ਖਬਰ ਪੜਤਾਲ ਦੇਖ ਰਹੇ ਹੋ ਤੁਸੀਂ। ਮੈਂ ਹਾਂ ਤੁਹਾਡੇ ਨਾਲ ਸੁਖਬੀਰ ਰਾਵੀ ਤੇ ਮੇਰੇ ਨਾਲ ਨੇ ਸੀਨੀਅਰ ਜਰਨਲਿਸਟ ਸੁਰਿੰਦਰ ਡੱਲਾ ਜੀ। ਡੱਲਾ ਜੀ ਤੁਹਾਡਾ ਬਹੁਤ ਬਹੁਤ ਸਵਾਗਤ। ਬਹੁਤ ਬਹੁਤ ਧੰਨਵਾਦ ਸੁਖੀਰ ਜੀ ਤੁਹਾਡਾ ਔਰ ਦੁਨੀਆ ਭਰ ਦੇ ਪੰਜਾਬੀਆਂ ਦਾ। ਜੀ ਬਿਲਕੁਲ। ਤੇ ਜਿੱਦਾਂ ਕਿ ਅਸੀਂ ਇਸ ਪ੍ਰੋਗਰਾਮ 'ਚ ਹਮੇਸ਼ਾ ਕਿਸੇ ਪੋਲੀਟੀਕਲ ਸਿਨੈਰੀਓ ਬਾਰੇ ਚਰਚਾ ਕਰਦੇ ਹਾਂ ਤੇ ਹਾਲ ਫਿਲਹਾਲ 'ਚ ਪੰਜਾਬ ਦੀ ਪੋਲੀਟਿਕਸ 'ਚ ਇਹ ਚਰਚੇ ਨੇ ਕਿ ਕੈਪਟਨ ਆਪਣੀ ਮੰਤਰੀ ਮੰਡਲ 'ਚ ਫੇਰਬਦਲ ਕਰ ਸਕਦਾ ਆ ਤੇ ਜੇ ਇਹ ਫੇਰਬਦਲ ਹੋ ਜਾਂਦਾ ਹੈ ਤਾਂ ਕਈ ਮੰਤਰੀਆਂ ਨੂੰ ਝਟਕਾ ਵੀ ਲੱਗ ਸਕਦਾ ਹੈ। ਤੇ ਡੱਲਾ ਜੀ ਤੁਹਾਡੇ ਤੋਂ ਮੈਂ ਪਹਿਲਾਂ ਤਾਂ ਇਹ ਸਵਾਲ ਪੁੱਛਣਾ ਚਾਹੂੰਗੀ ਕਿ ਇਹੋ ਜੀ ਨੌਬਤ ਕਿਉਂ ਆਈ ਕਿ ਇਦਾਂ ਦੀਆਂ ਚਰਚਾਵਾਂ ਉੱਠਣ ਲੱਗੀਆਂ ਕਿ ਕੈਪਟਨ ਅਮਰਿੰਦਰ ਆਪਣੇ ਮੰਤਰੀ ਮੰਡਲ 'ਚ ਫੇਰਬਦਲ ਕਰ ਸਕਦਾ ਹੈ। ਦੂਸਰੀ ਗੱਲ ਇਹ, ਜੇ ਵਾਕਈ ਇਦਾਂ ਹੁੰਦਾ ਹੈ ਤੇ ਕੀ ਕੁਝ ਮੰਤਰੀਆਂ ਨੂੰ ਝਟਕਾ ਵੀ ਲੱਗ ਸਕਦਾ? ਨਹੀਂ ਦੇਖੋ, ਇਹ ਤੁਸੀਂ ਬਹੁਤ ਵੱਡਾ ਸਵਾਲ ਜਿਹੜਾ ਖੜਾ ਕੀਤਾ ਹੈ ਔਰ ਮੈਨੂੰ ਇਹ ਲੱਗਦਾ ਕਿ ਜੋ ਪੋਲੀਟੀਕਲ ਸਿਨੈਰੀਓ ਪੰਜਾਬ ਦੇ ਵਿੱਚ ਬਣ ਰਿਹਾ ਹੈ, ਮੰਤਰੀ ਮੰਡਲ 'ਚ ਫੇਰ ਬਦਲ ਤਾਂ ਹੋਣਾ ਹੀ ਹੈ। ਔਰ ਜੋ ਮਾਹੌਲ ਸਾਨੂੰ ਨਜ਼ਰ ਆ ਰਿਹਾ ਹੈ, ਮੰਤਰੀ ਮੰਡਲ 'ਚ ਫੇਰ ਬਦਲ 2 ਦਿਨ ਬਾਅਦ ਹੁੰਦਾ ਹੈ, 4 ਦਿਨ ਬਾਅਦ ਹੁੰਦਾ ਹੈ, ਜਾਂ ਲਾਕਡਾਊਨ ਖਤਮ ਹੋਣ ਦਾ ਸਰਕਾਰ ਇੰਤਜ਼ਾਰ ਕਰਦੀ ਹੈ। ਪਰ ਜੋ ਨਵਜੋਤ ਸਿੰਘ ਸਿੱਧੂ ਔਰ ਕੈਪਟਨ ਅਮਰਿੰਦਰ ਸਿੰਘ ਦੇ ਵਿਚਾਲੇ ਇਸ ਵਕਤ ਮਾਹੌਲ ਬਣਿਆ ਹੋਇਆ ਹੈ, ਮਤਭੇਦ ਉਸ ਹੱਦ ਤੱਕ ਪਹੁੰਚ ਗਏ ਕਿ ਗੱਲ ਛੱਡ ਛਡਈਏ ਤੇ ਆ ਗਈ। ਤੇ ਕੈਪਟਨ ਅਮਰਿੰਦਰ ਚਾਹਣਗੇ ਕਿ ਮੈਂ ਜਲਦ ਤੋਂ ਜਲਦ ਮੰਤਰੀ ਮੰਡਲ ਦਾ ਵਿਸਥਾਰ ਕਰਦਾ, ਫੇਰ ਬਦਲ ਕਰਦਾ। ਦੇਖੋ, ਸ਼ੁਰੂ 'ਚ ਜਦੋਂ ਕੈਪਟਨ ਅਮਰਿੰਦਰ ਸਿੰਘ ਉਹਨਾਂ ਨੇ ਸਹੁੰ ਚੱਕੀ ਸੀ, ਉਦੋਂ ਇਹ ਗੱਲਾਂ ਤੁਰੀਆਂ ਕਿ ਬਹੁਤ ਸਾਰੇ MLA ਨੇ ਸੀਨੀਅਰ ਜਿਨ੍ਹਾਂ ਨੂੰ ਮੌਕਾ ਨਹੀਂ ਮਿਲਿਆ। ਫਿਰ ਇਹ ਗੱਲਾਂ ਤੁਰੀਆਂ ਕਿ ਕੁਝ ਨਵੇਂ ਚਿਹਰੇ ਨੇ ਜਿਹੜੇ ਉਹਨਾਂ ਨੂੰ ਮੌਕਾ ਦੇਣਾ ਬਣਦਾ, ਉਹਨਾਂ ਨੂੰ ਐਕਸਪੀਰੀਅੰਸ ਆਵੇ। ਕੈਪਟਨ ਅਮਰਿੰਦਰ ਐਕਸਪੀਰੀਅੰਸ ਦੇਣਾ ਚਾਹੁੰਦੇ ਨੇ। ਹੌਲੀ ਹੌਲੀ ਫਿਰ ਹੋਰ ਲੋਕਾਂ ਨੂੰ ਕੁਝ ਮੌਕਾ ਦਿੱਤਾ ਜਾ ਸਕਦਾ ਹੈ। ਲੇਕਿਨ ਦੁਬਾਰਾ ਕੋਈ ਮੰਤਰੀ ਮੰਡਲ ਦੇ ਵਿੱਚ ਇੱਕੋ ਵਾਰੀ ਵਿਸਥਾਰ ਹੋਇਆ, ਫੇਰ ਬਦਲ ਹੋਇਆ ਜਦੋਂ ਰਾਣਾ ਗੁਰਜੀਤ ਸਿੰਘ ਉਹਨਾਂ ਦਾ ਅਸਤੀਫਾ ਹੋ ਗਿਆ ਸੀ, ਜਦੋਂ ਨਵਜੋਤ ਸਿੰਘ ਸਿੱਧੂ ਉਹਨਾਂ ਦਾ ਅਸਤੀਫਾ ਹੋ ਗਿਆ ਸੀ, ਇੱਕੋ ਵਾਰੀ ਫੇਰ ਬਦਲ ਹੋਇਆ। ਸਿੱਧੂ ਨੇ ਤਾਂ ਬਿਜਲੀ ਮਹਿਕਮਾ ਜੁਆਇਨ ਹੀ ਨਹੀਂ ਕੀਤਾ। ਔਰ ਹੁਣ ਸਥਿਤੀ ਇਹ ਹੈ ਕਿ ਮੰਤਰੀਆਂ ਦੇ ਕਈਆਂ ਦੇ ਸੁਰ ਵੱਖਰੇ ਹੋ ਗਏ, ਕਿਉਂਕਿ 7-8 ਮਹੀਨੇ ਸਰਕਾਰ ਨੂੰ ਰਹਿ ਗਏ, ਚੋਣਾਂ ਤਾਂ ਹੋਣਗੀਆਂ, ਦੁਬਾਰਾ ਜ਼ਾਬਤਾ ਲੱਗ ਜਾਣਾ। ਔਰ ਹਮੇਸ਼ਾ ਹੀ ਕੋਈ ਵੀ ਜਿਹੜੀ ਸਰਕਾਰ ਹੋਵੇ, ਅਖੀਰ ਦੇ ਵਿੱਚ 7-8 ਮਹੀਨੇ ਪਹਿਲਾਂ ਕੁਝ ਲੋਕ ਨੇ ਜਿਹੜੇ ਉਹਨਾਂ ਨੂੰ ਉਹਨਾਂ ਦਾ ਸਾਹ ਘੁੱਟਣ ਲੱਗ ਜਾਂਦਾ ਵੀ ਅਸੀਂ ਜੋ ਕਿਹਾ ਸੀ ਉਹ ਤਾਂ ਹੋਇਆ ਨਹੀਂ, ਜਾਂ ਸਰਕਾਰ ਨੇ ਜੋ ਕਿਹਾ ਸੀ ਉਹ ਤਾਂ ਹੋਇਆ ਨਹੀਂ। ਇਸ ਕਰਕੇ ਫਿਰ ਹਿਲਜੁਲ ਹੁੰਦੀ ਹੈ। ਇਸ ਵਾਰ ਕੀ ਹੈ, ਕੈਪਟਨ ਅਮਰਿੰਦਰ ਨੇ ਵੱਡੇ ਵਾਅਦੇ ਕੀਤੇ ਸੀ, ਸਾਰਿਆਂ ਨੂੰ ਪਤਾ ਉਹ ਵਾਅਦੇ ਪੂਰੇ ਨਹੀਂ ਹੋਏ। ਛੋਟੇ ਮੋਟੇ ਕੁਝ ਪੂਰੇ ਵੀ ਹੋਏ, ਥੋੜ੍ਹੇ ਬਹੁਤੇ ਪੂਰੇ ਵੀ ਹੋਏ। ਗੋਲੀकांड ਵਾਲਾ ਇਨਸਾਫ ਉਹ ਹਜੇ ਤੱਕ ਨਹੀਂ ਮਿਲਿਆ। ਉਹ ਇੱਕ ਬਹੁਤ ਵੱਡਾ ਵਾਅਦਾ ਸੀ, ਉਹਦੇ ਸਿਰ ਦੇ ਉੱਤੇ ਸਰਕਾਰ ਬਣੀ ਸੀ। ਹੁਣ ਅਜਿਹੀ ਸੂਰਤ ਦੇ ਵਿੱਚ ਕਈ ਮੰਤਰੀ ਨੇ ਜਿਹੜੇ ਲਗਾਤਾਰ ਇਸ ਗੱਲ ਨੂੰ ਲੈ ਕੇ ਆਪਸ 'ਚ ਮੀਟਿੰਗਾਂ ਕਰ ਰਹੇ ਨੇ ਵੀ ਅਸੀਂ ਹੁਣ ਜਦੋਂ ਲੋਕਾਂ 'ਚ ਜਾਵਾਂਗੇ ਤਾਂ ਕੀ ਜਵਾਬ ਦੇਵਾਂਗੇ। ਔਰ ਸੰਭਾਵਨਾਵਾਂ ਔਰ ਤਸਵੀਰ ਇਸ ਤਰੀਕੇ ਦੀ ਉੱਭਰ ਰਹੀ ਹੈ ਕਿ ਕੈਪਟਨ ਅਮਰਿੰਦਰ ਦੇ ਕੁਝ ਮੰਤਰੀ ਨੇ ਜਿਹੜੇ ਉਹ ਨੈਤਿਕਤਾ ਦੇ ਆਧਾਰ ਦੇ ਉੱਤੇ ਅਸਤੀਫਾ ਵੀ ਦੇ ਸਕਦੇ ਆਉਂਦੇ ਦਿਨਾਂ ਦੇ ਵਿੱਚ। ਔਰ ਇਹਦੇ ਲਈ ਉਹਨਾਂ ਦੀਆਂ ਮੀਟਿੰਗਾਂ ਵੀ ਹੋ ਰਹੀਆਂ ਨੇ, ਵੱਖ-ਵੱਖ ਧੜਿਆਂ ਦੀਆਂ। ਦਲਿਤ ਭਾਈਚਾਰੇ ਦੇ ਸਾਡੇ ਜਿਹੜੇ MLA ਆ, ਉਹਨਾਂ ਦੀਆਂ ਮੀਟਿੰਗਾਂ ਹੋਈਆਂ। ਉਹ ਕਹਿੰਦੇ ਸਾਡੀ ਸਰਕਾਰ ਨੇ ਬਹੁਤ ਸਾਰੀਆਂ ਮੰਗਾਂ ਨੇ ਉਹ ਪੂਰੀਆਂ ਨਹੀਂ ਕੀਤੀਆਂ, ਅਸੀਂ ਕੈਪਟਨ ਅਮਰਿੰਦਰ ਅੱਗੇ ਇੱਕ ਗੱਲ ਰੱਖਾਂਗੇ। ਇੱਕ ਤਰੀਕੇ ਨਾਲ ਇੱਕ ਸ਼ਕਤੀ ਪ੍ਰਦਰਸ਼ਨ ਹੋ ਰਿਹਾ। ਦਲਿਤ ਭਾਈਚਾਰੇ ਦੇ MLA ਨੇ ਆਪਣੀ ਮੀਟਿੰਗ ਕੀਤੀ। ਇਹ ਵੀ ਪਤਾ, ਸੁਖਜਿੰਦਰ ਰੰਧਾਵਾ ਨੇ ਮੀਟਿੰਗ ਕੀਤੀ, ਬੀਬੀ ਅਰੁਣਾ ਚੌਧਰੀ ਉਹਨਾਂ ਦੀ ਮੀਟਿੰਗ ਹੋਈ, ਔਰ ਕੈਬਨਿਟ ਮੀਟਿੰਗ ਹੋਈ ਜਿਹੜੀ ਕੱਲ੍ਹ। ਉਹਦੇ ਵਿੱਚ ਬੀਬੀ ਅਰੁਣਾ ਚੌਧਰੀ ਵਕਤ ਤੋਂ ਪਹਿਲਾਂ ਚਲੇ ਗਏ। ਹਾਲਾਂਕਿ ਮੀਡੀਆ ਦੇ ਵਿੱਚ ਤਾਂ ਉਹਨੂੰ ਇਹ ਦਿਖਾਇਆ ਗਿਆ ਕਿ ਉਹ ਮੀਟਿੰਗ ਛੱਡ ਕੇ ਚਲੇ ਗਏ। ਕੋਈ ਵੀ ਕਾਰਨ ਹੋਣਗੇ ਉਹਨਾਂ ਨੂੰ ਸਪਸ਼ਟ ਕਰਨਾ ਪਊਗਾ ਬੀਬੀ ਅਰੁਣਾ ਚੌਧਰੀ ਨੂੰ। ਪਰ ਇਸ ਵਕਤ ਕੈਪਟਨ ਅਮਰਿੰਦਰ ਸਿੰਘ ਦੇ ਮੰਤਰੀ ਮੰਡਲ 'ਚ ਵੀ ਸਭ ਕੁਝ ਸਹੀ ਨਹੀਂ ਹੈ। ਕਈ ਮੰਤਰੀ ਨੇ ਜਿਹੜੇ ਗਹਿਰੀ ਸੋਚ ਵਿਚਾਰ 'ਚ ਨੇ ਕਿ ਅਸੀਂ ਹੁਣ ਅੱਗੇ ਕਿਵੇਂ ਵਧੀਏ। ਇਹ ਵੀ ਹੋ ਸਕਦਾ ਕਿ ਆਉਂਦੇ ਕੁਝ ਦਿਨਾਂ 'ਚ ਕੁਝ ਮੰਤਰੀ ਹੀ ਅਸਤੀਫਾ ਦੇ ਦੇਣ। ਔਰ ਦੂਜੇ ਪਾਸੇ ਕੈਪਟਨ ਅਮਰਿੰਦਰ ਕਈ ਮੰਤਰੀਆਂ ਨੂੰ ਮਨਾਉਣ 'ਚ ਲੱਗੇ ਹੋਏ ਨੇ। ਕੈਪਟਨ ਅਮਰਿੰਦਰ ਦੇ ਜਿਹੜੇ ਖਾਸ ਸਿਪਾਹ ਸਲਾਰ ਨੇ, ਉਹਨਾਂ ਦੀਆਂ ਹੁਣ ਕੋਸ਼ਿਸ਼ਾਂ ਚੱਲ ਰਹੀਆਂ ਨੇ ਕਿ ਅਸੀਂ ਇਹਨਾਂ ਨੂੰ ਮਨਾ ਲਈਏ। ਕੈਪਟਨ ਅਮਰਿੰਦਰ ਦੀ ਟੀਮ ਵੱਲੋਂ ਫੋਨ ਕੀਤੇ ਜਾ ਰਹੇ ਨੇ ਕਈ ਮੰਤਰੀਆਂ ਨੂੰ ਜਿਹੜੇ ਮੀਟਿੰਗਾਂ ਕਰ ਰਹੇ ਨੇ ਆਪਸ 'ਚ, ਕਿ ਆਪਾਂ ਮਿਲ ਬੈਠ ਕੇ ਮਸਲਾ ਸੁਲਝਾਉਂਦੇ ਹਾਂ, ਕੀ ਦਿੱਕਤ ਹੈ ਤੁਹਾਨੂੰ ਤੁਸੀਂ ਦੱਸੋ। ਦਿੱਕਤ ਕੀ ਹੈ ਸਭ ਨੂੰ ਪਤਾ ਹੈ, ਇਹ ਸੁਲਝਾਉਣ ਦਾ ਦਾਅਵਾ ਕਰਨ ਵਾਲਿਆਂ ਨੂੰ ਵੀ ਪਤਾ ਹੈ ਔਰ ਮੰਤਰੀਆਂ ਨੂੰ ਵੀ ਪਤਾ ਜਿਹੜੇ ਮੀਟਿੰਗਾਂ ਕਰ ਰਹੇ ਨੇ। ਹੁਣ ਗੱਲ ਕਿੱਥੇ ਅੜੀ ਹੈ? ਹੁਣ ਗੱਲ ਇੱਥੇ ਆ ਕੇ ਅੜੀ ਹੈ ਕਿ ਜਿਹੜੇ ਮੰਤਰੀ ਨੇ ਕੁਝ ਜਿਹੜੇ ਗੁਪਚੁਪ ਮੀਟਿੰਗਾਂ ਕਰ ਰਹੇ ਨੇ ਜਾਂ ਸਾਰਵਜਨਿਕ ਮੀਟਿੰਗਾਂ ਵੀ ਕਰ ਰਹੇ ਨੇ, ਜਾਂ ਜਿਹੜੇ ਖੁੱਲ੍ਹ ਕੇ ਸਵਾਲ ਚੱਕ ਰਹੇ ਨੇ ਕਿ ਹਾਂ ਇਨਸਾਫ ਨਹੀਂ ਮਿਲਿਆ, ਹੋਣਾ ਚਾਹੀਦਾ ਸੀ, ਵਾਅਦੇ ਪੂਰੇ ਨਹੀਂ ਹੋਏ, ਅਸੀਂ ਲੋਕਾਂ 'ਚ ਕਿਵੇਂ ਜਾਵਾਂਗੇ। ਹੁਣ ਸਵਾਲ ਵੱਡਾ ਕੀ ਉਹ ਮੰਤਰੀ ਨੇ ਜਿਹੜੇ ਉਹ ਆਪ ਅਸਤੀਫੇ ਦੇਣਗੇ? ਅਗਰ ਉਹ ਵੱਖ ਹੋ ਕੇ ਮੀਟਿੰਗਾਂ ਕਰ ਰਹੇ ਨੇ, ਗੁਪਚੁਪ ਮੀਟਿੰਗਾਂ ਕਰ ਰਹੇ ਨੇ, ਉਹਨਾਂ ਨੂੰ ਦੁੱਖ ਹੈ ਕਿ ਸਰਕਾਰ ਨੇ ਇਨਸਾਫ ਨਹੀਂ ਦਿੱਤਾ, ਪਰ ਉਹ ਕੀ ਆਪ ਅਸਤੀਫਾ ਦੇਣਗੇ? ਮੈਨੂੰ ਇਹ ਲੱਗਦਾ ਕਿ ਉਹਨਾਂ ਨੂੰ ਆਪਣੀ ਜ਼ਮੀਰ ਨੂੰ ਅੱਗੇ ਰੱਖ ਕੇ ਆਪ ਅਸਤੀਫਾ ਦੇ ਦੇਣਾ ਚਾਹੀਦਾ ਮੰਤਰੀ ਮੰਡਲ 'ਚੋਂ ਕਿ ਇਹ ਵਾਅਦੇ ਪੂਰੇ ਨਹੀਂ ਹੋਏ, ਅਸੀਂ ਸਰਕਾਰ ਦਾ ਹਿੱਸਾ ਸੀ, ਮੰਤਰੀ ਮੰਡਲ ਦਾ ਹਿੱਸਾ ਸੀ, ਅਸੀਂ ਅਸਤੀਫਾ ਦਿੰਦੇ ਹਾਂ ਮੰਤਰੀ ਮੰਡਲ ਤੋਂ। ਇੱਕ ਤਾਂ ਉਹ ਹੈ, ਅਗਰ ਉਹ ਐਂ ਕਰਦੇ ਨੇ, ਉਹ ਵਕਤ ਦੱਸੂਗਾ ਕਿ ਉਹ ਕਰਦੇ ਨੇ ਜਾਂ ਨਹੀਂ ਕਰਦੇ। ਦੂਸਰਾ, ਕੈਪਟਨ ਅਮਰਿੰਦਰ ਸਿੰਘ ਹੁਣ ਮਨਾਉਣ ਦੀ ਕੋਸ਼ਿਸ਼ ਕਰ ਰਹੇ ਨੇ ਕੁਝ ਮੰਤਰੀਆਂ ਨੂੰ। ਜੇ ਤਾਂ ਉਹ ਮੰਤਰੀ ਮੰਨ ਗਏ
ਫਿਰ ਤਾਂ ਉਹ ਮੰਤਰੀ ਮੰਡਲ 'ਚ ਰਹਿਣਗੇ, ਉਹਨਾਂ ਨੇ ਅਸਤੀਫਾ ਵੀ ਨਹੀਂ ਦੇਣਾ। ਜੇ ਉਹ ਨਹੀਂ ਮੰਨਦੇ, ਕੈਪਟਨ ਅਮਰਿੰਦਰ ਵੀ ਸਿਆਸੀ ਦਾ ਖੇਡ ਸਕਦੇ ਨੇ। ਦੇਖੋ, ਕੈਪਟਨ ਅਮਰਿੰਦਰ ਨੂੰ ਵੀ ਕੋਈ ਐਜ਼ ਏ ਪੋਲੀਟੀਕਲ ਲੀਡਰ ਕੈਪਟਨ ਅਮਰਿੰਦਰ ਨੂੰ ਕਮਜ਼ੋਰ ਨਹੀਂ ਸਮਝਣਾ ਚਾਹੀਦਾ। ਕੈਪਟਨ ਅਮਰਿੰਦਰ ਨੇ ਆਪਣੀ ਜ਼ਿੰਦਗੀ ਦੇ 78 ਸਾਲਾਂ 'ਚੋਂ ਬਹੁਤ ਲੰਮਾ ਸਮਾਂ ਸਿਆਸਤ ਕੀਤੀ ਹੈ। ਸੋ ਪ੍ਰਕਾਸ਼ ਸਿੰਘ ਬਾਦਲ ਦੀ ਤਰ੍ਹਾਂ ਰਾਜਨੀਤੀ ਦੇ ਦਾਅ ਪੇਚ ਨੇ ਜਿਹੜੇ, ਉਹ ਬੜੀ ਚੰਗੀ ਤਰ੍ਹਾਂ ਆਉਂਦੇ ਨੇ ਕੈਪਟਨ ਅਮਰਿੰਦਰ ਸਿੰਘ ਨੂੰ। ਹੁਣ ਉਹ ਮੰਤਰੀ ਜਿਹੜੇ ਬਾਗੀ ਵੀ ਨੇ, ਉੱਪਰੋਂ ਕਹਿ ਰਹੇ ਨੇ ਨਹੀਂ ਅਸੀਂ ਬਾਗੀ ਨਹੀਂ, ਅਸੀਂ ਤੁਹਾਡੇ ਵੀ ਨਾਲ ਆ। ਮਤਲਬ ਜਿਹੜੇ ਡਬਲ ਮਾਈਂਡਡ ਨੇ ਮੰਤਰੀ, ਮੀਟਿੰਗਾਂ ਵੀ ਕਰ ਰਹੇ ਨੇ, ਰੋਸ ਵੀ ਕਰ ਰਹੇ ਨੇ, ਅਸਤੀਫਾ ਵੀ ਨਹੀਂ ਦੇ ਪਾ ਰਹੇ। ਫਿਰ ਕੈਪਟਨ ਅਮਰਿੰਦਰ ਸਿੰਘ ਉਹਨਾਂ ਨੂੰ ਵੀ ਚਿੱਤ ਕਰ ਸਕਦਾ ਇੱਕ ਨਵੇਂ ਫਾਰਮੂਲੇ ਨਾਲ ਕਿ ਅਸੀਂ ਮੰਤਰੀ ਮੰਡਲ ਦਾ ਵਿਸਥਾਰ ਕਰਦੇ ਹਾਂ, ਫੇਰ ਬਦਲ ਕਰਦੇ ਹਾਂ। ਤੇ ਇਸ ਵਾਰ ਕੈਪਟਨ ਅਮਰਿੰਦਰ ਕੀ ਕਹੂਗਾ ਕਿ ਅਖੀਰਲੇ 6-7 ਮਹੀਨੇ ਮੈਂ ਨਵੇਂ ਚਿਹਰਿਆਂ ਨੂੰ ਮੌਕਾ ਦੇਣਾ ਚਾਹੁੰਦਾ, ਜਿਹੜੇ ਸਾਡੇ ਨੌਜਵਾਨ ਐਮਐਲਏ ਆ। ਉਹਨਾਂ ਦੇ ਵਿੱਚ ਕਈ ਨੇ ਨੌਜਵਾਨ ਐਮਐਲਏ, ਤਾਂ ਸਾਨੂੰ ਪਤਾ ਹੀ ਹੈ। ਸੁਲਤਾਨਪੁਰ ਲੋਧੀ ਵਾਲੇ ਨੇ ਚੀਮਾ, ਰਾਜਾ ਵੜਿੰਗ ਹੈ ਨੌਜਵਾਨ ਐਮਐਲਏ ਹੈ, ਸਾਰਿਆਂ ਨੂੰ ਪਤਾ ਹੈ। ਸੰਜੇ ਤਲਵਾੜ ਹੈ ਲੁਧਿਆਣਾ ਦੇ ਵਿੱਚ ਈਸਟ ਕੌਂਸਟੀਟੂਐਂਸੀ ਤੋਂ। ਜਲੰਧਰ ਦੇ ਵਿੱਚ ਨੇ ਨੌਜਵਾਨ ਐਮਐਲਏ। ਸੋ ਪੂਰੇ ਪੰਜਾਬ 'ਚ ਬਹੁਤ ਇਹੋ ਜਿਹੇ ਐਮਐਲਏ ਨੇ। ਧੂਰੀ ਦੇ ਵਿੱਚ ਹੈ ਨੌਜਵਾਨ ਐਮਐਲਏ, ਪੰਜਾਬ ਕਾਂਗਰਸ ਦੇ ਬੁਲਾਰੇ ਵੀ ਨੇ। ਸੋ ਬਹੁਤ ਪੰਜਾਬ 'ਚ ਇਹੋ ਜਿਹੇ ਐਮਐਲਏ ਆ ਜਿਹੜੇ ਪਹਿਲੀ ਵਾਰ ਦੂਜੀ ਵਾਰ ਐਮਐਲਏ ਬਣ ਕੇ ਆਏ ਨੇ। ਭਾਰਤ ਭੂਸ਼ਣ ਆਸ਼ੂ ਵੀ ਨੌਜਵਾਨ ਹੈ, ਉਹਨੂੰ ਤਾਂ ਮੰਤਰੀ ਬਣਾਇਆ ਹੋਇਆ। ਸੋ ਫਿਰ ਕੈਪਟਨ ਅਮਰਿੰਦਰ ਇਹ ਕਰ ਸਕਦੇ ਨੇ ਕਿ ਹੁਣ ਮੈਂ ਬਾਕੀ ਰਹਿੰਦਾ ਸਮਾਂ ਨੌਜਵਾਨ ਐਮਐਲਏਆਂ ਨੂੰ ਮੰਤਰੀ ਬਣ ਕੇ ਪੋਲੀਟੀਕਲ ਸਰਕਾਰ ਨੂੰ ਚਲਾਉਣ ਦਾ ਤਜਰਬਾ ਹਾਸਲ ਕਰਨ ਦਾ ਮੌਕਾ ਦੇਣਾ ਚਾਹੁੰਦਾ। ਇਸ ਆਧਾਰ 'ਤੇ ਕੈਪਟਨ ਅਮਰਿੰਦਰ ਫੇਰ ਬਦਲ ਕਰ ਸਕਦਾ ਹੈ। ਔਰ ਇਹਦੇ ਨਾਲ ਨਾਲ ਕੈਪਟਨ ਅਮਰਿੰਦਰ ਸਿੰਘ ਕੁਝ ਸੀਨੀਅਰ ਮੰਤਰੀ ਨੇ ਪੁਰਾਣੇ, ਕਾਕਾ ਜੀ ਨੇ ਨਾਭੇ ਵਾਲੇ, ਰਾਕੇਸ਼ ਪਾਂਡੇ ਨੇ ਲੁਧਿਆਣੇ ਵਾਲੇ, ਡਾਕਟਰ ਰਾਜ ਕੁਮਾਰ ਵੇਰਕਾ ਨੇ ਅੰਮ੍ਰਿਤਸਰ ਵਾਲੇ, ਭਾਵੇਂ ਉਹਨਾਂ ਕੋਲ ਕੈਬਨਿਟ ਰੈਂਕ ਹੈ। ਇਹਨਾਂ ਦੇ ਵਿੱਚੋਂ ਕਿਸੇ ਨੂੰ ਪੂਰਾ ਮੰਤਰੀ ਵੀ ਕੈਪਟਨ ਅਮਰਿੰਦਰ ਸਿੰਘ ਬਣਾ ਸਕਦੇ ਨੇ। ਰਾਣਾ ਗੁਰਜੀਤ ਸਿੰਘ ਦੀ ਵਾਪਸੀ ਹੋ ਸਕਦੀ ਹੈ ਅਖੀਰਲੇ 6-7 ਮਹੀਨੇ, ਕਿ ਕਿਉਂ ਨਾ ਰਾਣਾ ਗੁਰਜੀਤ ਸਿੰਘ ਨੂੰ ਲਿਆਈਏ, ਕਿਉਂਕਿ ਜਿਹੇ ਜਿਹੇ ਇਲਜ਼ਾਮ ਲੱਗੇ ਸੀ ਸੁਖਪਾਲ ਖਹਿਰਾ ਉਹਨਾਂ ਨੇ ਲਾਏ ਸੀ, ਉਹ ਤਾਂ ਸਾਬਤ ਨਹੀਂ ਹੋਏ ਇਲਜ਼ਾਮ। ਰਾਣਾ ਗੁਰਜੀਤ ਉਹਨਾਂ ਨੂੰ ਅਖੀਰਲੇ 6-7 ਮਹੀਨੇ ਲਈ ਫਿਰ ਬਿਜਲੀ ਮੰਤਰੀ ਲਾਇਆ ਜਾ ਸਕਦਾ ਹੈ। ਇਹ ਵੀ ਸੋਚ ਕੈਪਟਨ ਅਮਰਿੰਦਰ ਦੇ ਜ਼ਿਹਨ 'ਚ ਚੱਲ ਸਕਦੀ ਹੈ। ਔਰ ਰਾਣਾ ਗੁਰਜੀਤ ਹੋਣੀ ਦਾ ਕੱਦ ਵੀ ਵੱਡਾ, ਇਹਦੇ 'ਚ ਕੋਈ ਦੋ ਰਾਏ ਨਹੀਂ ਹੈ ਕਿ ਦੁਆਬੇ 'ਚ ਮਾਝੇ 'ਚ ਰਾਣਾ ਗੁਰਜੀਤ ਹੋਣਾ ਦਾ ਦਖਲ ਹੈ ਸਿਆਸਤ ਦੇ ਵਿੱਚ। ਔਰ ਕਿਸੇ ਵੇਲੇ ਰਾਣਾ ਗੁਰਜੀਤ ਵੀ ਇਸ ਦੌੜ 'ਚ ਸੀ ਕਿ ਉਹ ਪ੍ਰਧਾਨ ਬਣ ਸਕਦੇ ਨੇ ਪੰਜਾਬ ਦੀ ਕਾਂਗਰਸ ਦੇ। ਇਸ ਤਰ੍ਹਾਂ ਬਹੁਤ ਸਾਰੇ ਕੈਪਟਨ ਅਮਰਿੰਦਰ ਸਿਆਸੀ ਦਾ ਖੇਡ ਕੇ ਮੰਤਰੀ ਮੰਡਲ 'ਚ ਬਦਲਾਅ ਕਰ ਸਕਦੇ ਨੇ। ਔਰ ਜਿਹੜੇ ਪੁਰਾਣੇ ਮੰਤਰੀ ਨੇ ਜਿਨ੍ਹਾਂ ਦੇ ਕੰਮ ਕਾਜ ਤੋਂ ਕੈਪਟਨ ਅਮਰਿੰਦਰ ਸਿੰਘ ਖੁਸ਼ ਨਹੀਂ, ਜਾਂ ਜਿਨ੍ਹਾਂ ਦੀਆਂ ਗੁਪਤ ਮੀਟਿੰਗਾਂ ਤੋਂ ਕੈਪਟਨ ਅਮਰਿੰਦਰ ਖੁਸ਼ ਨਹੀਂ, ਜਾਂ ਜਿਨ੍ਹਾਂ ਦੀਆਂ ਸ਼ਰੇਆਮ ਮੀਟਿੰਗਾਂ ਤੋਂ ਕੈਪਟਨ ਅਮਰਿੰਦਰ ਖੁਸ਼ ਨਹੀਂ, ਜਾਂ ਜਿਨ੍ਹਾਂ ਦੇ ਰਵੱਈਏ ਤੋਂ ਕੈਪਟਨ ਅਮਰਿੰਦਰ ਖੁਸ਼ ਨਹੀਂ, ਜਾਂ ਜਿਹੜੇ ਹਜੇ ਵੀ ਇਸ ਗੱਲ 'ਤੇ ਅੜੇ ਨੇ ਕਿ ਅਸੀਂ ਸਪਸ਼ਟ ਤੌਰ 'ਤੇ ਅਸਤੀਫਾ ਵੀ ਨਹੀਂ ਦੇਣਾ ਤੇ ਅਸੀਂ ਮੀਟਿੰਗਾਂ ਵੀ ਕਰਾਂਗੇ, ਅਸੀਂ ਰੋਸ ਵੀ ਪ੍ਰਗਟ ਕਰਾਂਗੇ। ਸੋ ਇਸ ਤਰੀਕੇ ਦੀ ਸਿਆਸਤ ਤੋਂ ਵੀ ਕੈਪਟਨ ਅਮਰਿੰਦਰ ਖੁਸ਼ ਨਹੀਂ ਹੋਣਗੇ ਤੇ ਉਹ ਕਹਿਣਗੇ ਕਿ ਮੈਂ ਮੰਤਰੀ ਮੰਡਲ ਦਾ ਵਿਸਥਾਰ ਕਰਦਾ। ਦੇਖੋ, ਸਿੱਧੂ ਤੇ ਬਾਕੀਆਂ 'ਚ ਫਰਕ ਕੀ ਹੈ, ਪਹਿਲਾਂ ਮੈਂ ਬੁਨਿਆਦੀ ਤੌਰ 'ਤੇ ਸਮਝਾਦਾ। ਨਵਜੋਤ ਸਿੰਘ ਸਿੱਧੂ ਉਹ ਕਰੈਕਟਰ ਹੈ ਜਿਹੜਾ ਅਹੁਦੇ ਨੂੰ 1 ਮਿੰਟ ਤੋਂ ਪਹਿਲਾਂ ਛੱਡ ਦਿੰਦਾ ਹੈ। ਜਿੱਥੇ ਉਹਨੂੰ ਲੱਗਦਾ ਹੋਵੇ ਕਿ ਮੇਰੇ ਵੱਸ 'ਚ ਕੁਛ ਨਹੀਂ ਤੇ ਉਹ ਬੈਠਦਾ ਨਹੀਂ। ਉਹੀ ਡਰਾਈਵਰ ਸਿਆਣਾ ਹੁੰਦਾ ਜਿਹਨੂੰ ਪਤਾ ਹੋਵੇ ਕਿ ਬੱਸ ਪੈਂਚਰ ਹੋ ਗਈ, ਮੈਂ ਸਵਾਰੀਆਂ ਨੂੰ ਦੱਸਦਾ। ਸੋ ਝੂਠ ਬੋਲ ਕੇ ਸਵਾਰੀਆਂ ਬੱਸ 'ਚ ਬਿਠਾਈ ਰੱਖਣੀਆਂ ਤੇ ਉਹਦੇ ਬਾਅਦ ਦੇ ਵਿੱਚ ਫਿਰ ਲੋਕ ਮੰਦਾ ਚੰਗਾ ਬੋਲਦੇ ਨੇ ਡਰਾਈਵਰ ਨੂੰ। ਸੋ ਸਿੱਧੂ ਨੂੰ ਪਤਾ ਹੈ ਕਿ ਜਦੋਂ ਮੇਰੇ ਵੱਸ 'ਚ ਨਹੀਂ ਸੀ ਤੇ ਮੈਂ ਅਸਤੀਫਾ ਦੇ ਕੇ ਆਪਣੇ ਦੂਸਰੇ ਕੰਮ 'ਤੇ ਲੱਗ ਗਿਆ। ਹੁਣ ਸਿੱਧੂ ਨੇ ਜਿਹੜਾ ਮੰਤਰੀ ਦਾ ਅਹੁਦਾ ਛੱਡਿਆ, ਅੱਜ ਤੱਕ ਕੈਪਟਨ ਅਮਰਿੰਦਰ ਸਿੰਘ ਤੋਂ ਭਰਿਆ ਨਹੀਂ ਗਿਆ। ਇਹ ਵੀ ਸਵਾਲ ਬਹੁਤ ਵੱਡਾ ਹੈ। ਹੁਣ ਉੱਥੇ ਹੀ ਮੈਨੂੰ ਹਾਈ ਕਮਾਂਡ ਦਿਖਦੀ ਹੈ ਕਿ ਹਾਈ ਕਮਾਂਡ ਨੇ ਰੋਕ ਲਾਈ ਹੋਈ ਹੈ ਕਿ ਸਿੱਧੂ ਦਾ ਮਹਿਕਮਾ ਕਿਸੇ ਨੂੰ ਨਹੀਂ ਦੇਣਾ। 18ਵਾਂ ਮੰਤਰੀ ਹਜੇ ਵੀ ਪੰਜਾਬ ਦੀ ਸਰਕਾਰ 'ਚ ਹੈ ਨਹੀਂ। ਇੱਧਰੋਂ ਉੱਧਰੋਂ ਅਫਸਰ ਕਿੰਨੇ ਭਰਤੀ ਕਰ ਲਏ ਸਰਕਾਰ ਨੇ, ਸਲਾਹਕਾਰ ਵੀ ਭਰ ਲਿਆ, ਪ੍ਰਸ਼ਾਂਤ ਕਿਸ਼ੋਰ ਵੀ ਲਿਆਂਦੇ 1 ਰੁਪਏ ਤਨਖਾਹ 'ਤੇ। ਦੇਖੋ, ਬੋਝ ਤਾਂ ਹੈ ਹੀ ਹੈ ਨਾ, ਚਾਹੇ 1 ਰੁਪਏ ਦਾ, ਆਲੇ ਦੁਆਲੇ ਦਾ ਬੋਝ ਬਹੁਤ ਹੁੰਦਾ ਸਰਕਾਰਾਂ 'ਤੇ। ਹੁਣ ਅਜਿਹੀਆਂ ਸਥਿਤੀਆਂ 'ਚ ਕੈਪਟਨ ਅਮਰਿੰਦਰ ਸਿਆਸੀ ਪੱਤਾ ਖੇਡ ਸਕਦਾ ਵੀ ਮੈਂ ਮੰਤਰੀ ਮੰਡਲ 'ਚ ਬਦਲਾਅ ਕਰੂੰਗਾ। ਹੁਣ ਉਹਦੇ ਨਾਲ ਫਾਇਦਾ ਤੇ ਨੁਕਸਾਨ ਕੀ ਹੋਣਾ? ਕੈਪਟਨ ਨੂੰ ਇਹ ਫਾਇਦਾ ਹੋਊਗਾ ਕਿ ਕੁਝ ਨੌਜਵਾਨ ਵਿਧਾਇਕ ਜਾਂ ਕੁਝ ਵਿਧਾਇਕ ਨੇ ਜਿਹੜੇ ਕੈਪਟਨ ਅਮਰਿੰਦਰ ਦੇ ਧੜੇ ਨਾਲ ਹੋਰ ਮਜ਼ਬੂਤੀ ਨਾਲ ਜੁੜ ਸਕਦੇ ਨੇ। ਉਹਦਾ ਨੁਕਸਾਨ ਕੈਪਟਨ ਨੂੰ ਕੀ ਹੋਊਗਾ ਕਿ ਜਿਹੜੇ ਮੰਤਰੀਆਂ ਨੂੰ ਅਗਰ ਹਟਾਇਆ, ਉਹ ਇੱਕ ਧੜਾ ਜਿਹੜਾ ਫਿਰ ਉਹ ਖੁੱਲ੍ਹ ਕੇ ਉਹ ਧੜਾ ਜਿਹੜਾ ਫਿਰ ਕੰਮ ਕਰੂਗਾ, ਕਿਉਂਕਿ ਉਹਨਾਂ ਨੇ ਕਹਿਣਾ ਵੱਧ ਤੋਂ ਵੱਧ ਸਾਡਾ ਕੈਪਟਨ ਅਮਰਿੰਦਰ ਸਿੰਘ ਕੀ ਕਰ ਸਕਦੇ ਸੀ, ਸਾਨੂੰ ਮੰਤਰੀ ਤੋਂ ਹਟਾ ਸਕਦੇ ਸੀ, ਸਾਨੂੰ ਹਟਾਤਾ। ਫਿਰ ਉਹ ਖੁੱਲ੍ਹ ਕੇ ਆਪਣੀ ਲੌਬੀ ਬਣਾ ਸਕਦੇ ਨੇ। ਉਹ ਵੀ ਕੈਪਟਨ ਅਮਰਿੰਦਰ ਦੇ ਲਈ ਇੱਕ ਤਰੀਕਾ ਹੋਊਗਾ ਕਿ ਕੈਪਟਨ ਅਮਰਿੰਦਰ ਕਿਵੇਂ ਉਹਨਾਂ ਸਥਿਤੀਆਂ ਨੂੰ ਨਿਬੜਨਗੇ। ਪਰ ਕਹਿੰਦੇ ਨੇ ਦਾਲ ਖਰਾਬ ਹੋ ਜੇ ਤੇ ਫਿਰ ਉਹ ਖਾਈ ਨਹੀਂ ਜਾ ਸਕਦੀ। ਇਸ ਵਕਤ ਪੰਜਾਬ ਕਾਂਗਰਸ ਦੀ ਜਿਹੜੀ ਦਾਲ ਹੈ ਉਹ ਖਰਾਬ ਹੋ ਚੁੱਕੀ ਹੈ। ਇਹਦਾ ਹੱਲ ਕੌਣ ਕਿਵੇਂ ਕੱਢੂਗਾ, ਇਸ ਉੱਪਰ ਹੀ
ਹਾਈ ਕਮਾਂਡ ਦੇ ਵਿੱਚ ਵੀ ਖੂਬ ਮੱਥਾ ਪੱਚੀ ਹੋ ਰਹੀ ਹੈ। ਔਰ ਮੈਨੂੰ ਆਲ ਇੰਡੀਆ ਕਾਂਗਰਸ ਕਮੇਟੀ ਦੇ ਸੂਤਰ ਨੇ ਜਿਹੜੇ ਦਿੱਲੀ ਉੱਥੋਂ ਇੱਥੇ ਤੱਕ ਪਤਾ ਲੱਗਿਆ ਕਿ ਸੋਨੀਆ ਗਾਂਧੀ, ਪ੍ਰਿੰਕਾ ਗਾਂਧੀ ਤੇ ਰਾਹੁਲ ਗਾਂਧੀ 2-3 ਵਾਰ ਮੀਟਿੰਗਾਂ ਔਰ ਜਿਹੜੇ ਸਿਆਣੇ ਸਲਾਹਕਾਰ ਨੇ ਉਹਨਾਂ ਤੋਂ ਸਲਾਹ ਕਰ ਚੁੱਕੇ ਨੇ ਕਿ ਪੰਜਾਬ ਦਾ ਹੁਣ ਕੀ ਕਰੀਏ, ਪੰਜਾਬ ਨੂੰ ਕਿਵੇਂ ਸੰਭਾਲੀਏ। ਕੈਪਟਨ ਅਮਰਿੰਦਰ ਸਿੰਘ ਔਰ ਨਵਜੋਤ ਸਿੰਘ ਸਿੱਧੂ 'ਚ ਜੋ ਸਥਿਤੀਆਂ ਬਣੀਆਂ ਨੇ, ਇਹਦਾ ਵਿੱਚ ਦਾ ਰਾਹ ਕੀ ਕੱਢੀਏ, ਤੇ ਜੇ ਕੋਈ ਰਾਹ ਨਹੀਂ ਨਿਕਲਦਾ ਤੇ ਫਿਰ ਆਖਰੀ ਫੈਸਲਾ ਅਸੀਂ ਕੀ ਕਰੀਏ। ਔਰ ਸੋਨੀਆ ਗਾਂਧੀ, ਪ੍ਰਿੰਕਾ ਗਾਂਧੀ ਔਰ ਰਾਹੁਲ ਗਾਂਧੀ ਲਗਭਗ ਬਹੁਤ ਸਾਰੇ ਪੁਆਇੰਟਸ ਦੇ ਉੱਤੇ ਸਹਿਮਤ ਨੇ ਪੰਜਾਬ ਨੂੰ ਲੈ ਕੇ, ਕਿਉਂਕਿ ਦੋਵਾਂ ਦੀ ਕੋਸ਼ਿਸ਼ ਇਹੀ ਹੈ, ਸੋਨੀਆ ਗਾਂਧੀ ਦੀ ਵੀ ਔਰ ਰਾਹੁਲ ਪ੍ਰਿੰਕਾ ਦੀ ਵੀ ਕਿਸੇ ਵੀ ਕੀਮਤ ਤੇ ਪੰਜਾਬ ਦੀ ਸੱਤਾ ਕਾਂਗਰਸ ਦੇ ਹੱਥ 'ਚੋਂ ਨਹੀਂ ਜਾਣੀ ਚਾਹੀਦੀ। ਕਿਉਂਕਿ ਪੰਜਾਬ 'ਚ ਅਗਰ ਕਾਂਗਰਸ ਦੀ ਹੋਂਦ ਬਚੀ ਰਹੂਗੀ ਤਾਂ ਹੀ ਕਾਂਗਰਸ ਹੈ ਜਿਹੜੀ ਮੁਲਕ 'ਚ ਅੱਗੇ ਵਧਣ ਦੀ ਕੋਸ਼ਿਸ਼ ਕਰ ਸਕਦੀ ਹੈ, ਨਹੀਂ ਤਾਂ ਹੌਲੀ ਹੌਲੀ ਕਾਂਗਰਸ ਦਾ ਬੂਟਾ ਸੁੱਕ ਹੀ ਜਾਂਦਾ। ਬਿਲਕੁਲ। ਤੇ ਲੇਕਿਨ ਜਿਸ ਤਰ੍ਹਾਂ ਹੁਣ ਇਹ ਖਬਰਾਂ ਆ ਰਹੀਆਂ ਨੇ ਕਿ ਫੇਰ ਬਦਲ ਹੋ ਸਕਦਾ ਮੰਤਰੀ ਮੰਡਲ 'ਚ, ਇਹ ਸਮਾਂ ਜਿਹੜਾ, ਇਹ ਟਾਈਮ ਜਿਹੜਾ ਹੈ, ਮੈਨੂੰ ਉਹ ਕੁਐਸਚਨੇਬਲ ਲੱਗ ਰਿਹਾ। ਤੇ ਤੁਸੀਂ ਗੱਲ ਕੀਤੀ ਪ੍ਰਿਯੰਕਾ ਗਾਂਧੀ ਔਰ ਰਾਹੁਲ ਗਾਂਧੀ ਨਾਲ ਸੋਨੀਆ ਗਾਂਧੀ ਦੀ, ਤੇ ਉਹ ਕਿਸ ਤਰ੍ਹਾਂ ਮੈਨੇਜ ਕਰਨਗੇ ਕਿ ਅਗਰ ਫੇਰ ਬਦਲ ਹੁੰਦਾ ਹੈ ਤੇ ਇਹਦੇ 'ਚ ਇਕੱਲਾ ਕੈਪਟਨ ਅਮਰਿੰਦਰ ਸਿੰਘ ਦਾ ਹੀ ਹੱਥ ਰਹੇਗਾ, ਉਹਨਾਂ ਦਾ ਹੀ ਡਿਸੀਜਨ ਰਹੇਗਾ, ਜਾਂ ਫਿਰ ਹਾਈ ਕਮਾਂਡ ਵੀ ਇਹਦੇ 'ਚ ਆਪਣਾ ਦਖਲ ਦੇਏਗੀ। ਤੇ ਦੂਸਰੀ ਗੱਲ ਮੈਂ ਇਹ ਜਾਣਨਾ ਚਾਹਾਂਗੀ ਕਿ ਇਹਦੇ ਤੇ ਤੁਹਾਡਾ ਪਰਸਨਲ ਓਪੀਨੀਅਨ ਕੀ ਕਹਿੰਦਾ। ਦੇਖੋ, ਪਹਿਲੀ ਤਾਂ ਗੱਲ ਜਿਹੜਾ ਤੁਹਾਡਾ ਸਵਾਲ ਹੈ ਨਾ, ਬਹੁਤ ਇੰਪੋਰਟੈਂਟ ਸਵਾਲ ਹੈ ਕਿ ਕਾਂਗਰਸ ਦੀ ਹਾਈ ਕਮਾਂਡ ਕਿਵੇਂ ਡਿਸੀਜਨ ਕਰਨਾ ਚਾਹੂਗੀ। ਔਰ ਇਸ ਸਵਾਲ ਦੇ ਜਵਾਬ 'ਚ ਮੈਂ ਜ਼ਰੂਰ ਕਹੂੰਗਾ ਕਿ ਸਥਿਤੀਆਂ ਕ੍ਰਿਟੀਕਲ ਨੇ। ਦੇਖੋ, ਕੈਪਟਨ ਅਮਰਿੰਦਰ ਸਿੰਘ ਜਦੋਂ ਮੰਤਰੀ ਮੰਡਲ ਦਾ ਫੇਰ ਬਦਲ ਕਰਨਗੇ ਜਾਂ ਕਰਨ ਬਾਰੇ ਸੋਚ ਰਹੇ ਨੇ, ਉੱਥੇ ਇੱਕ ਤਰਕ ਹੈ ਕਿ ਇਹ ਮੁੱਖ ਮੰਤਰੀ ਦਾ ਅਧਿਕਾਰ ਖੇਤਰ ਹੁੰਦਾ ਹੈ ਕਿ ਮੰਤਰੀ ਕਿਸ ਨੂੰ ਬਣਾਉਣਾ ਹੈ, ਕਿਸ ਨੂੰ ਮੰਤਰੀ ਨਹੀਂ ਬਣਾਉਣਾ, ਕਿਹਦੇ ਕੋਲੇ ਕਿਹੜਾ ਮਹਿਕਮਾ ਜਾਵੇ, ਕਿਹੜਾ ਨਾ ਜਾਵੇ। ਕਿਉਂਕਿ ਜਦੋਂ ਨਵਜੋਤ ਸਿੰਘ ਸਿੱਧੂ ਦਾ ਮਹਿਕਮਾ ਬਦਲਿਆ ਗਿਆ, ਉਦੋਂ ਇਹ ਤਰਕ ਦਿੱਤਾ ਕਿ ਇਹ ਮੁੱਖ ਮੰਤਰੀ ਦਾ ਅਧਿਕਾਰ ਖੇਤਰ ਹੁੰਦਾ ਕਿ ਮੁੱਖ ਮੰਤਰੀ ਕਿਸੇ ਵੀ ਮੰਤਰੀ ਨੂੰ ਕਿਹੜਾ ਮਹਿਕਮਾ ਦੇਣਾ ਚਾਹਵੇ। ਪਰ ਹੁਣ ਕਿਉਂਕਿ ਕਾਂਗਰਸ 'ਚ ਸਭ ਕੁਝ ਸਹੀ ਨਹੀਂ ਹੈ, ਇਸ ਕਰਕੇ ਜਦੋਂ ਵੱਡੇ ਪੱਧਰ ਦੇ ਉੱਤੇ ਮੰਤਰੀ ਮੰਡਲ ਦਾ ਬਦਲਾਅ ਹੋਣਾ ਹੈ, ਜਿਹਦੇ 'ਚ 3, 4, 5 ਮੰਤਰੀ ਘੱਟੋ ਘੱਟ ਹਟਾਏ ਜਾਣਗੇ ਜਾਂ ਨਵੇਂ ਲਿਆਏ ਜਾਣਗੇ, ਕੁੱਲ 18 ਨੇ, ਇੱਕ ਮੰਤਰੀ ਤਾਂ ਕਦੀ ਵੀ ਨਹੀਂ ਲਾਇਆ। ਸੋ 17 ਮੰਤਰੀਆਂ 'ਚੋਂ ਅਗਰ 4-5 ਮੰਤਰੀ ਵੀ ਬਦਲੇ ਜਾਂਦੇ ਨੇ, ਹਟਾਏ ਜਾਂਦੇ ਨੇ, ਨਵੇਂ ਲਾਏ ਜਾਂਦੇ ਨੇ, ਤੇ ਇਹਨੂੰ ਇੱਕ ਵੱਡਾ ਮੰਤਰੀ ਮੰਡਲ ਦਾ ਅਸੀਂ ਵਿਸਥਾਰ ਕਹਿ ਸਕਦੇ ਹਾਂ, ਫੇਰ ਬਦਲ ਕਹਿ ਸਕਦੇ ਹਾਂ। ਸੋ ਇਹਦੇ ਲਈ ਹੁਣ ਅਗਰ ਕੈਪਟਨ ਅਮਰਿੰਦਰ ਹਾਈ ਕਮਾਂਡ ਤੋਂ ਮਨਜ਼ੂਰੀ ਮੰਗਦੇ ਨੇ ਤੇ ਹਾਈ ਕਮਾਂਡ ਨੇ ਕਹਿਤਾ ਵੀ ਜਿਹੜਾ ਮੰਤਰੀ ਮੰਡਲ ਦਾ ਫੇਰ ਬਦਲ ਹੈ ਅਸੀਂ ਸਲਾਹ ਮਸ਼ਵਰਾ ਕਰਕੇ ਲਾਵਾਂਗੇ, ਉਹਦੇ 'ਚ ਵੀ ਫਿਰ ਕੈਪਟਨ ਅਮਰਿੰਦਰ ਸਿੰਘ ਨੂੰ ਕਾਫੀ ਔਕੜਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਅਗਰ ਕੈਪਟਨ ਅਮਰਿੰਦਰ ਹਾਈ ਕਮਾਂਡ ਦੀ ਬਿਨਾਂ ਮਨਜ਼ੂਰੀ ਤੋਂ, ਬਿਨਾਂ ਸਹਿਮਤੀ ਤੋਂ, ਬਿਨਾਂ ਗੱਲਬਾਤ ਕੀਤੇ, ਬਿਨਾਂ ਹਾਈ ਕਮਾਂਡ ਨੂੰ ਭਰੋਸੇ 'ਚ ਲਏ ਮੰਤਰੀ ਮੰਡਲ 'ਚ ਵਿਸਥਾਰ ਕਰਦੇ ਨੇ, ਫਿਰ ਹਾਈ ਕਮਾਂਡ ਔਰ ਕੈਪਟਨ ਅਮਰਿੰਦਰ ਸਿੰਘ ਦੇ ਵਿਚਾਲੇ ਟਸਲ ਵਧੂਗੀ। ਸੋ ਕੈਪਟਨ ਅਮਰਿੰਦਰ ਲਈ ਵੀ ਜਿਹੜਾ ਸਮਾਂ ਬੜਾ ਚੁਣੌਤੀਪੂਰਵਕ ਹੈ। ਕੈਪਟਨ ਅਮਰਿੰਦਰ ਅਗਰ ਆਪਣੇ ਦਮ ਤੇ ਮੰਤਰੀ ਮੰਡਲ ਦਾ ਵਿਸਥਾਰ ਕਰਨਗੇ ਤਾਂ ਕਿਤੇ ਨਾ ਕਿਤੇ ਹਾਈ ਕਮਾਂਡ ਨੂੰ ਵੀ ਇਹ ਸੁਨੇਹਾ ਜਾਊਗਾ ਵੀ ਕੈਪਟਨ ਅਮਰਿੰਦਰ ਨੇ ਫਿਰ ਮਨਮਰਜ਼ੀ ਕੀਤੀ ਹੈ, ਔਰ ਫਿਰ ਰਾਹੁਲ ਗਾਂਧੀ ਤੇ ਪ੍ਰਿੰਕਾ ਗਾਂਧੀ ਫਿਰ ਦਖਲ ਦੇ ਸਕਦੇ ਨੇ। ਔਰ ਜਿੱਥੋਂ ਤੱਕ ਗੱਲ ਰਹੀ ਦਲਿਤ ਮੁੱਖ ਮੰਤਰੀ, ਉਪ ਮੁੱਖ ਮੰਤਰੀ ਦੀ, ਅਗਰ ਕੈਪਟਨ ਅਮਰਿੰਦਰ ਸਿੰਘ, ਕਿਉਂਕਿ ਚਰਚਾਵਾਂ ਨੇ ਕਿ ਹਾਈ ਕਮਾਂਡ ਵੀ ਚਾਹੁੰਦੀ ਹੈ ਦਲਿਤ ਉਪ ਮੁੱਖ ਮੰਤਰੀ ਲਾਉਣਾ ਹੈ, ਕਿਤੇ ਨਾ ਕਿਤੇ ਕੈਪਟਨ ਅਮਰਿੰਦਰ ਵੀ ਇਹ ਸੋਚ ਸਕਦੇ ਨੇ ਵੀ ਮੈਂ ਕਿਉਂ ਨਾ ਕੋਈ ਦਲਿਤ ਉਪ ਮੁੱਖ ਮੰਤਰੀ ਨਿਯੁਕਤ ਕਰਦਾ 18ਵੇਂ ਮੰਤਰੀ ਦੇ ਤੌਰ ਤੇ। ਹੁਣ ਦਲਿਤ ਉਪ ਮੁੱਖ ਮੰਤਰੀ ਕੌਣ ਹੋਊਗਾ, ਉਹਦੇ ਨਾਮ ਤੇ ਲੈ ਕੇ ਵੀ ਕਈ ਤਰ੍ਹਾਂ ਦੀਆਂ ਦੁਚਿੱਤੀਆਂ ਨੇ। ਪਿਛਲੀ ਵਾਰੀ ਤੁਹਾਨੂੰ ਯਾਦ ਹੋਣਾ ਚਰਨਜੀਤ ਚੰਨੀ ਜਿਹੜੇ ਕਿ ਵਿਧਾਇਕ ਨੇ, ਦਲਿਤ ਭਾਈਚਾਰੇ 'ਚੋਂ ਆਉਂਦੇ ਨੇ, ਚਰਨਜੀਤ ਚੰਨੀ ਐਜੂਕੇਸ਼ਨ ਮਿਨਿਸਟਰ ਵੀ ਨੇ ਰਹੇ ਨੇ, ਜਿਹੜੀ ਵੱਡੀ ਐਜੂਕੇਸ਼ਨ ਹੈ। ਹੁਣ ਚਰਨਜੀਤ ਚੰਨੀ ਲੀਡਰ ਆਫ ਓਪੋਜੀਸ਼ਨ ਵੀ ਰਹੇ ਨੇ, ਹਾਊਸ ਲੀਡਰ ਆਫ ਓਪੋਜੀਸ਼ਨ ਰਹੇ ਨੇ। ਸੁਨੀਲ ਜਾਖੜ ਨੂੰ ਰਿਪਲੇਸ ਕੀਤਾ ਸੀ ਉਹਨਾਂ ਨੇ ਪੰਜਾਬ ਦੀ ਵਿਧਾਨ ਸਭਾ 'ਚ ਜਦੋਂ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਸੀ। ਇਹਦਾ ਮਤਲਬ ਹੈ ਕਿ ਚਰਨਜੀਤ ਸਿੰਘ ਚੰਨੀ ਵੀ ਦੌੜ 'ਚ ਹੈਗੇ ਨੇ ਡਿਪਟੀ ਉਪ ਮੁੱਖ ਮੰਤਰੀ ਦੇ। ਪਰ ਚਰਨਜੀਤ ਚੰਨੀ ਬਾਰੇ ਇਹ ਕਿਹਾ ਜਾ ਰਿਹਾ ਕਿ ਚਰਨਜੀਤ ਚੰਨੀ, ਸੁਖਜਿੰਦਰ ਰੰਧਾਵਾ, ਇਹਨਾਂ ਨੇ ਵੀ ਵੱਖਰੇ ਤੌਰ ਤੇ ਮੀਟਿੰਗਾਂ ਕੀਤੀਆਂ ਨੇ, ਕਿਤੇ ਨਾ ਕਿਤੇ ਇਹ ਕਈ ਗੱਲਾਂ ਤੋਂ ਅਸੰਤੁਸ਼ਟ ਨੇ ਦਲਿਤ ਭਾਈਚਾਰੇ ਦੇ ਮੁੱਦਿਆਂ ਨੂੰ ਲੈ ਕੇ। ਹੁਣ ਕੈਪਟਨ ਅਮਰਿੰਦਰ ਇਹ ਸੋਚਣਗੇ ਵੀ ਮੈਂ ਹੁਣ ਚਰਨਜੀਤ ਚੰਨੀ ਨੂੰ ਡਿਪਟੀ ਮੁੱਖ ਮੰਤਰੀ ਲਾਵਾਂ ਜਾਂ ਨਾ ਲਾਵਾਂ, ਜੇ ਲਾਉਣਾ ਹੋਇਆ ਤਾਂ। ਫਿਰ ਰਾਜਕੁਮਾਰ ਵੇਰਕਾ ਨੂੰ ਕੈਪਟਨ ਅਮਰਿੰਦਰ ਦੇ ਖੇਮੇ ਦਾ ਮੰਨਿਆ ਜਾਂਦਾ ਹੈ, ਰਾਜਕੁਮਾਰ ਵੇਰਕਾ ਨੂੰ ਰਾਹੁਲ ਗਾਂਧੀ ਦੇ ਖੇਮੇ ਦਾ ਵੀ ਮੰਨਿਆ ਜਾਂਦਾ ਹੈ। ਰਾਜਕੁਮਾਰ ਵੇਰਕਾ ਨਵਜੋਤ ਸਿੰਘ ਸਿੱਧੂ ਦੇ ਵੀ ਦੋਸਤ ਨੇ। ਜਦੋਂ ਨਵਜੋਤ ਸਿੰਘ ਸਿੱਧੂ ਦੀ ਕਾਂਗਰਸ ਚੋਣ ਦੀਆਂ ਗੱਲਾਂ ਚੱਲ ਰਹੀਆਂ ਸੀ, ਮੈਨੂੰ ਚੰਗੀ ਤਰ੍ਹਾਂ ਯਾਦ ਹੈ, ਮੈਂ ਕਈ ਵਾਰੀ ਰਾਜਕੁਮਾਰ ਵੇਰਕਾ ਉਹਨਾਂ ਨੂੰ ਮਿਲਿਆ। ਰਾਜਕੁਮਾਰ ਵੇਰਕਾ ਨਵਜੋਤ ਸਿੰਘ ਸਿੱਧੂ ਕੋਲੇ ਸੁਨੇਹਾ ਲੈ ਕੇ ਵੀ ਜਾਂਦੇ ਰਹੇ ਨੇ, ਮੀਟਿੰਗ ਕਰਕੇ ਵੀ ਆਉਂਦੇ ਰਹੇ ਨੇ ਕਿ ਅਗਰ ਨਵਜੋਤ ਸਿੰਘ ਸਿੱਧੂ ਕਾਂਗਰਸ ਚਾਹੁੰਦੇ ਨੇ ਤਾਂ ਕਿਵੇਂ ਨਵਜੋਤ ਸਿੰਘ ਸਿੱਧੂ ਦਾ ਜਿਹੜਾ ਹੈਗਾ ਉਹ ਪ੍ਰਕਿਰਿਆ ਬਣਾਈ ਜਾਏਗੀ ਉਹਨਾਂ ਨੂੰ ਸ਼ਾਮਲ ਕਰਾਉਣ ਦੀ, ਕੌਣ ਉਹਨਾਂ ਨੂੰ ਸਭ ਤੋਂ ਪਹਿਲਾਂ ਵੈਲਕਮ ਕਰੂਗਾ, ਕਿਹਦੇ ਨਾਲ ਪਹਿਲਾਂ ਮੀਟਿੰਗ ਹੋਊਗੀ, ਇਹ ਸਾਰੀਆਂ ਚੀਜ਼ਾਂ। ਔਰ ਅਗਰ ਰਾਜਕੁਮਾਰ ਵੇਰਕਾ ਨਵਜੋਤ ਸਿੰਘ ਸਿੱਧੂ ਨਾਲ ਉਦੋਂ ਮੀਟਿੰਗਾਂ ਕਰਨ ਗਏ ਸੀ ਤੇ ਉਹ ਪ੍ਰਿੰਕਾ ਗਾਂਧੀ ਔਰ ਰਾਹੁਲ ਗਾਂਧੀ ਦੇ ਨੂੰ ਕੌਨਫੀਡੈਂਸ ਲੈ ਕੇ ਗਏ ਸੀ ਜਾਂ ਉਹਨਾਂ ਵੱਲੋਂ ਭੇਜੇ ਗਏ ਸੀ। ਸੋ ਅਗਰ ਕੈਪਟਨ ਅਮਰਿੰਦਰ ਰਾਜਕੁਮਾਰ ਵੇਰਕਾ ਨੂੰ ਡਿਪਟੀ ਮੁੱਖ ਮੰਤਰੀ ਲਾਉਂਦੇ ਨੇ
ਤੇ ਕੈਪਟਨ ਅਮਰਿੰਦਰ ਇਹ ਸੋਚਣਗੇ ਵੀ ਰਾਜਕੁਮਾਰ ਵੇਰਕਾ ਮੇਰੇ ਵੀ ਕਰੀਬੀ ਨੇ, ਪਰ ਰਾਜਕੁਮਾਰ ਵੇਰਕਾ ਹਾਈ ਕਮਾਂਡ 'ਚ ਵੀ ਠੀਕ ਨੇ, ਨਵਜੋਤ ਸਿੰਘ ਸਿੱਧੂ ਨਾਲ ਵੀ ਉਹਨਾਂ ਦੀ ਠੀਕ ਹੈ। ਸੋ ਕੈਪਟਨ ਅਮਰਿੰਦਰ ਦੀ ਚੁਆਇਸ ਡਾਕਟਰ ਰਾਜਕੁਮਾਰ ਵੇਰਕਾ ਹੋ ਸਕਦੇ ਨੇ, ਪਰ ਇਸ ਵਕਤ ਹਾਈ ਕਮਾਂਡ ਕੀ ਡਾਕਟਰ ਰਾਜਕੁਮਾਰ ਵੇਰਕਾ ਨੂੰ ਅੱਗੇ ਲਿਆਉਣਾ ਚਾਹੇਗੀ, ਇਹ ਹਾਈ ਕਮਾਂਡ ਦੇ ਉੱਤੇ ਇਹ ਵੀ ਨਿਰਭਰ ਕਰਦਾ ਹੈ ਕਿ ਉਹਨਾਂ ਦੀ ਸੋਚ ਕੀ ਹੈ। ਪਰ ਮੈਨੂੰ ਇਹ ਲੱਗਦਾ ਕਿ ਅਗਰ ਡਿਪਟੀ ਮੁੱਖ ਮੰਤਰੀ ਲਾਉਣ ਦਾ ਫੈਸਲਾ ਹਾਈ ਕਮਾਂਡ ਔਰ ਕੈਪਟਨ ਅਮਰਿੰਦਰ ਸਿੰਘ ਸਾਂਝੇ ਤੌਰ ਤੇ ਕਰਦੇ ਨੇ, ਤੇ ਰਾਜਕੁਮਾਰ ਵੇਰਕਾ ਇੱਕ ਅਜਿਹਾ ਨਾਮ ਹੈ ਜਿਹਦੇ ਤੇ ਨਾ ਨਵਜੋਤ ਸਿੰਘ ਸਿੱਧੂ ਨੂੰ ਇਤਰਾਜ਼ ਹੋ ਸਕਦਾ। ਵੈਸੇ ਨਵਜੋਤ ਸਿੰਘ ਸਿੱਧੂ ਨੂੰ ਤਾਂ ਕਿਸੇ ਦੇ ਨਾਂ ਤੇ ਵੀ ਇਤਰਾਜ਼ ਨਹੀਂ ਹੋਣਾ ਅਗਰ ਕਿਸੇ ਨੂੰ ਵੀ ਡਿਪਟੀ ਮੁੱਖ ਮੰਤਰੀ ਲਾਇਆ ਜਾਂਦਾ ਹੈ, ਕਿਉਂਕਿ ਜਿੰਨਾ ਕਿ ਮੈਂ ਨਵਜੋਤ ਸਿੰਘ ਸਿੱਧੂ ਦੀ ਸ਼ਖਸੀਅਤ ਨੂੰ ਸਮਝਦਾ ਟਵੀਟਸ ਦੇ ਜ਼ਰੀਏ ਔਰ ਉਹਨਾਂ ਦੇ ਸੋਸ਼ਲ ਮੀਡੀਆ ਦੇ ਵਿੱਚ ਐਕਟੀਵਿਟੀ ਦੇ ਜ਼ਰੀਏ, ਕਿਉਂਕਿ ਮੈਂ ਮਿਲਿਆ ਤਾਂ ਕਦੀ ਨਵਜੋਤ ਸਿੰਘ ਸਿੱਧੂ ਨੂੰ ਹੈ ਨਹੀਂ, ਇੱਕ ਅੱਧੀ ਵਾਰੀ ਮੈਂ ਕਿਤੇ ਪ੍ਰੈਸ ਕਾਨਫਰੰਸ 'ਚ ਕੋਈ ਸਵਾਲ ਨਵਜੋਤ ਸਿੰਘ ਸਿੱਧੂ ਨੂੰ ਕੀਤਾ ਹੋਵੇ, ਉੱਥੇ ਤੱਕ ਹੀ ਗੱਲ ਹੈ। ਹੁਣ ਅਗਰ ਨਵਜੋਤ ਸਿੰਘ ਸਿੱਧੂ ਨੂੰ ਕਿਸੇ ਨਾਲ ਇਤਰਾਜ਼ ਨਹੀਂ ਹੈ ਤੇ ਮਸਲਾ ਇਹ ਰਹਿ ਗਿਆ ਵੀ ਰਾਜਕੁਮਾਰ ਵੇਰਕਾ ਇਸ ਵਕਤ ਦੌੜ 'ਚ ਡਿਪਟੀ ਮੁੱਖ ਮੰਤਰੀ ਦਲਿਤ ਚਿਹਰੇ ਦੇ ਤੌਰ ਤੇ ਅੱਗੇ ਇਹਨਾਂ ਨੂੰ ਮੈਂ ਮੰਨ ਸਕਦਾ, ਪਰ ਸਵਾਲ ਇਹ ਹੈ ਵੀ ਕੈਪਟਨ ਅਮਰਿੰਦਰ ਉਹਨਾਂ ਨੂੰ ਆਪਣੇ ਪੱਧਰ ਤੇ ਨਿਯੁਕਤ ਕਰਨਗੇ ਜਾਂ ਹਾਈ ਕਮਾਂਡ ਨੂੰ ਕੌਨਫੀਡੈਂਸ ਲੈ ਕੇ ਨਿਯੁਕਤ ਕਰਨਗੇ, ਸਵਾਲ ਇੱਥੇ ਅੜਿਆ ਹੋਇਆ। ਪਰ ਅਗਰ ਰਾਜਕੁਮਾਰ ਵੇਰਕਾ ਨੂੰ ਆਪਣੇ ਤੌਰ ਦੇ ਉੱਤੇ ਵੀ ਕੈਪਟਨ ਅਮਰਿੰਦਰ ਡਿਪਟੀ ਮੁੱਖ ਮੰਤਰੀ ਦੇ ਤੌਰ ਤੇ ਦੇਖਦੇ ਨੇ, ਉਹਦੇ 'ਚ ਵੀ ਹਾਈ ਕਮਾਂਡ ਨੇ ਮੈਨੂੰ ਲੱਗਦਾ ਵਿਰੋਧ ਨਹੀਂ ਕਰਨਾ। ਹਾਈ ਕਮਾਂਡ ਦਾ ਜਿਹੜਾ ਕੰਸਰਨ ਰਹੇਗਾ ਉਹ ਰਹੇਗਾ ਮੰਤਰੀਆਂ ਦੇ ਫੇਰ ਬਦਲ ਦੇ ਉੱਤੇ, ਕਿ ਮੰਤਰੀ ਕਿਸ ਕਿਸ ਆਧਾਰ ਤੇ ਲਏ ਗਏ ਜਾਂ ਮੰਤਰੀ ਕਿਸ ਕਿਸ ਆਧਾਰ ਦੇ ਉੱਤੇ ਹਟਾਏ ਗਏ। ਜੀ ਬਿਲਕੁਲ। ਤੇ ਤੁਸੀਂ ਇੱਥੇ ਗੱਲ ਕੀਤੀ ਡਿਪਟੀ ਸੀਐਮ ਦੀ, ਜੋ ਕਿ ਆਪਣੇ ਆਪ 'ਚ ਇੱਕ ਵੱਡਾ ਮੁੱਦਾ। ਤੁਸੀਂ ਸਾਰੀ ਗੱਲਬਾਤ ਦੱਸੀ ਕਿ ਡਿਪਟੀ ਸੀਐਮ ਕਿਸ ਤਰ੍ਹਾਂ ਔਰ ਕਿਸ ਨੂੰ ਬਣਾਇਆ ਜਾ ਸਕਦਾ ਔਰ ਕਿਉਂ ਬਣਾਇਆ ਜਾ ਸਕਦਾ। ਬਾਕੀ ਜਿਹੜੇ ਮੰਤਰੀ ਨੇ ਉਹ ਕੌਣ ਹੋਣਗੇ, ਕਿਹੜੇ ਚਿਹਰੇ ਸਾਹਮਣੇ ਆਉਣਗੇ ਔਰ ਇਹਨਾਂ ਦੇ ਪਿੱਛੇ ਕੀ ਕੈਪਟਨ ਦੀ ਮਰਜ਼ੀ ਹੋਏਗੀ ਜਾਂ ਫਿਰ ਹਾਈ ਕਮਾਂਡ ਦੇ ਨਾਲ ਵੀ ਡਿਸੀਜਨ? ਨਹੀਂ, ਦੇਖੋ ਸਭ ਤੋਂ ਵੱਡਾ ਸਵਾਲ ਹੈ, ਅਗਰ ਮੈਂ ਜਿਵੇਂ ਪਹਿਲਾਂ ਵੀ ਕਿਹਾ ਸੁਖਬੀਰ ਜੀ, ਅਗਰ ਤਾਂ ਮੰਤਰੀ 4-5 ਬਦਲਨੇ ਹੋਏ, ਦੇਖੋ ਹੁਣ 17 ਮੰਤਰੀ ਨੇ, ਕੁੱਲ 18 ਦੀ ਕੈਬਨਿਟ ਹੈ। ਹੁਣ ਅਗਰ 17 ਚੋਂ 4-5 ਬਦਲਨੇ ਆ ਅਸੀਂ, ਤੇ ਅਗਰ 18 ਦੇ ਵਿੱਚੋਂ ਅਸੀਂ 4-5 ਵੀ ਬਦਲ ਦਈਏ ਤੇ ਲਗਭਗ 20% ਆ ਗਿਆ, 3.5 ਮੰਤਰੀ, 25% ਲਾ ਲਈਏ ਤਾਂ 4 ਮੰਤਰੀ, 18 ਦਾ ਮੋਟਾ ਲਾ ਲਈਏ। ਸੋ ਇਹ 20-25% ਦਾ ਫੇਰ ਬਦਲ ਹੋਊਗਾ ਕੈਬਨਿਟ ਦਾ। ਅਗਰ 20-25% ਦਾ ਫੇਰ ਬਦਲ ਹੋਣਾ, ਇਹ ਛੋਟਾ ਫੇਰ ਬਦਲ ਨਹੀਂ ਹੈ। 100 ਚੋਂ 25, 75-25 ਤਾਂ ਚਲੋ ਸਿੱਧੂ ਕਹਿੰਦਾ, ਮੈਂ 75-25 ਨਹੀਂ ਇੱਥੇ ਕਹਿੰਦਾ। ਅਗਰ 25% ਫੇਰ ਬਦਲ ਹੁੰਦਾ ਹੈ ਤੇ ਉਹ ਹਾਈ ਕਮਾਂਡ ਦੀ ਮਰਜ਼ੀ ਬਿਨਾਂ ਨਹੀਂ ਹੋ ਸਕਦਾ, ਉਹ ਹਾਈ ਕਮਾਂਡ ਦੀ ਸਹਿਮਤੀ ਬਿਨਾਂ ਨਹੀਂ ਹੋ ਸਕਦਾ। ਅਗਰ ਹੋਊਗਾ ਤੇ ਫਿਰ ਨਾਰਾਜ਼ਗੀ ਤੇ ਫੁੱਟ ਜਗ ਜ਼ਾਹਰ ਹੋਊਗੀ, ਉਹ ਉੱਥੇ ਹੀ ਸਾਰੀ ਗੱਲ ਖੜੀ ਹੈ। ਹਾਈ ਕਮਾਂਡ ਇਹ ਵੀ ਇੰਤਜ਼ਾਰ ਕਰ ਸਕਦੀ ਹੈ ਵੀ ਅਸੀਂ ਦੇਖਦੇ ਹਾਂ ਵੀ ਕੈਪਟਨ ਅਮਰਿੰਦਰ ਕਿਸ ਹੱਦ ਤੱਕ ਡਿਸੀਜਨ ਕਰਦੇ ਨੇ, ਫਿਰ ਅਸੀਂ ਦਖਲ ਦੇਵਾਂਗੇ। ਅਗਰ ਕੈਪਟਨ ਅਮਰਿੰਦਰ ਇੱਕ ਅੱਧਾ ਮੰਤਰੀ ਬਦਲਦੇ ਨੇ, ਮੈਨੂੰ ਲੱਗਦਾ ਫਿਰ ਹਾਈ ਕਮਾਂਡ ਨੂੰ ਕੋਈ ਓਬਜੈਕਸ਼ਨ ਨਹੀਂ ਹੋਣਾ। ਪਰ ਜਿੱਥੇ 3-4 ਬਦਲੇ ਜਾਣਗੇ ਉੱਥੇ ਹਾਈ ਕਮਾਂਡ ਦੀ ਮਰਜ਼ੀ ਤੋਂ ਬਿਨਾਂ ਕਰਨਾ ਔਖਾ ਹੈ ਕੈਪਟਨ ਅਮਰਿੰਦਰ ਲਈ ਵੀ। ਅਗਰ ਕਰਦੇ ਨੇ ਤੇ ਫਿਰ ਨਵੀਂ ਸਿਆਸਤ ਹੈ ਜਿਹੜੀ ਸਾਨੂੰ ਦੇਖਣ ਨੂੰ ਮਿਲ ਸਕਦੀ ਹੈ। ਪਰ ਤੁਸੀਂ ਨਾਮ ਪੁੱਛੇ ਨੇ, ਮੈਨੂੰ ਲੱਗਦਾ ਰਾਜਾ ਵੜਿੰਗ ਨੂੰ ਮੰਤਰੀ ਬਣਾਇਆ ਜਾ ਸਕਦਾ ਹੈ। ਸੁਲਤਾਨਪੁਰ ਲੋਧੀ ਵਾਲੇ ਨੌਜਵਾਨ MLA ਨੇ, ਚੀਮਾ, ਮਾਫੀ ਚਾਹੂੰਗਾ ਅਗਰ ਮੈਂ ਉਹਨਾਂ ਦਾ ਨਾਮ ਗਲਤ ਲੈ ਗਿਆ, ਮੈਨੂੰ ਲੱਗਦਾ ਚੀਮਾ ਹੀ ਨੇ, ਉਹ ਬੜੇ ਕਾਬਲ ਜਿਹੜੇ ਨੇ, ਉਹ ਚੰਗੇ ਵਿਧਾਇਕ ਨੇ, ਉਹਨਾਂ ਨੇ ਚੰਗਾ ਕੰਮ ਕੀਤਾ ਸੁਲਤਾਨਪੁਰ ਲੋਧੀ ਦੇ ਵਿੱਚ। ਔਰ ਇਸ ਤੋਂ ਇਲਾਵਾ ਧੂਰੀ ਦੇ ਵਿੱਚ ਨੇ ਗੋਲਡੀ ਜੀ, ਉਹ ਵੀ ਚੰਗੇ MLA ਆ। ਸੰਜੇ ਤਲਵਾਰ ਨੇ ਨੌਜਵਾਨ ਲੁਧਿਆਣਾ ਈਸਟ 'ਚ, ਜਿਨ੍ਹਾਂ ਨਾਲ ਮੈਂ ਪਹਿਲਾਂ ਦੀ ਗੱਲ ਕੀਤੀ, ਉਹਨਾਂ ਨੂੰ ਵੀ ਇੱਕ ਮੌਕਾ ਦਿੱਤਾ ਜਾ ਸਕਦਾ ਹੈ। ਕਈ ਨੌਜਵਾਨ ਇਸ ਵਕਤ ਕਾਂਗਰਸ ਦੀ ਜਿਹੜੀ ਨਵੀਂ ਟੀਮ ਹੈ ਉਹਦੇ ਵਿੱਚ ਕਈ ਨੇ। ਫਤਿਹਗੜ੍ਹ ਸਾਹਿਬ ਵਾਲੇ ਤਾਂ ਉਹ ਬੜੇ ਕਾਬਲ ਸੀ, ਉਹ ਵੱਡੇ ਅਹੁਦਿਆਂ ਤੇ ਰਹੇ ਨੇ ਆਲ ਇੰਡੀਆ ਕਾਂਗਰਸ ਕਮੇਟੀ ਦੇ ਵਿੱਚ, ਔਰ ਦਿੱਲੀ ਦੇ ਵਿੱਚ ਪ੍ਰਭਾਰੀ ਦੇ ਤੌਰ ਤੇ ਰਹੇ ਨੇ ਸ਼ੀਲਾ ਦੀਕਸ਼ਿਤ ਵੇਰੇ, ਲੇਕਿਨ ਉਹ ਅਸਤੀਫਾ ਦੇ ਚੁੱਕੇ ਨੇ, ਹਾਲੇ ਤੱਕ ਉਹਨਾਂ ਦਾ ਅਸਤੀਫਾ ਤਾਂ ਚਲੋ ਮਨਜ਼ੂਰ ਨਹੀਂ ਹੋਇਆ। ਸੋ ਕਾਂਗਰਸ 'ਚ ਕਈ ਇਹੋ ਜਿਹੇ MLA ਨੇ ਜਿਨ੍ਹਾਂ ਨੂੰ ਤਜਰਬੇ ਦੀ ਵੀ ਲੋੜ ਹੈ ਮੰਤਰੀ ਦੇ ਤੌਰ ਤੇ। ਇਹਨਾਂ ਸਾਰਿਆਂ ਦੇ ਨਾਮ ਹੀ ਅੱਗੇ ਚੱਲ ਸਕਦੇ ਨੇ, ਪਰ ਡਿਪਟੀ ਮੁੱਖ ਮੰਤਰੀ ਦੇ ਤੌਰ ਤੇ ਮੈਨੂੰ ਲੱਗਦਾ ਸਿਰਫ ਰਾਜਕੁਮਾਰ ਵੇਰਕਾ ਅੱਗੇ ਰਹਿ ਸਕਦੇ ਨੇ, ਉਹਨਾਂ ਨੂੰ ਲਾਇਆ ਜਾ ਸਕਦਾ। ਔਰ ਰਾਜਕੁਮਾਰ ਵੇਰਕਾ ਤੋਂ ਬਾਅਦ ਇੱਕ ਬਹੁਤ ਉਹਨਾਂ ਦੇ ਮੁਕਾਬਲੇ ਕਹਿ ਲਓ ਚਾਹੇ, ਕੁਲਦੀਪ ਵੈਦ ਨੇ ਜਿਹੜੇ ਉਹ ਵੀ ਸਿਆਣੇ IAS ਅਫਸਰ ਰਹੇ ਨੇ, ਬੜੇ ਕਾਬਲ ਨੇ, ਉਹ ਵੀ ਡਿਪਟੀ ਮੁੱਖ ਮੰਤਰੀ ਦੇ ਤੌਰ ਤੇ ਚੁਆਇਸ ਸਰਬਸੰਮਤੀ ਨਾਲ ਬਣ ਸਕਦੇ ਨੇ। ਪਰ ਉਹ ਕਿਉਂਕਿ ਇੱਕੋ ਵਾਰੀ ਵਿਧਾਇਕ ਬਣੇ ਨੇ, ਰਾਜਕੁਮਾਰ ਵੇਰਕਾ ਇਸ ਤੋਂ ਪਹਿਲਾਂ ਵੀ ਵਿਧਾਇਕ ਰਹੇ ਨੇ, ਆਹ ਥੋੜ੍ਹਾ ਜਿਹਾ ਫਰਕ ਹੈ। ਪਰ ਮੰਤਰੀ ਬਣਾਇਆ ਜਾ ਸਕਦਾ ਹੈ ਕੁਲਦੀਪ ਵੈਦ ਉਹਨਾਂ ਨੂੰ ਵੀ, ਮੈਂ ਉਹ ਨਾਮ ਪਹਿਲਾਂ ਭੁੱਲ ਗਿਆ, ਉਹ ਦਲਿਤ ਭਾਈਚਾਰੇ ਦੇ ਵਿੱਚੋਂ ਆਉਂਦੇ ਨੇ। ਗਿੱਲ ਹਲਕਾ ਜਿਹੜਾ ਸਾਡਾ ਰਿਜ਼ਰਵ, ਉਸ ਸੀਟ ਤੋਂ ਜਿੱਤਦੇ ਨੇ, ਸਾਬਕਾ IAS ਅਫਸਰ ਨੇ, ਔਰ ਖੁੱਲ੍ਹ ਕੇ ਅਸੀਂ ਟੈਲੀਵਿਜ਼ਨਾਂ 'ਤੇ ਦੇਖਦੇ ਹਾਂ ਅੱਜ ਕੱਲ੍ਹ, ਟੈਲੀਵਿਜ਼ਨਾਂ ਦੀਆਂ ਡਿਬੇਟਾਂ ਦੇ ਵਿੱਚ ਉਹ ਨਜ਼ਰ ਆਉਂਦੇ ਨੇ ਕੁਲਦੀਪ ਵੈਦ। ਉਹਨਾਂ ਨੂੰ ਵੀ ਮੰਤਰੀ ਦੇ ਤੌਰ ਤੇ ਦੇਖਿਆ ਜਾ ਸਕਦਾ ਹੈ। ਡਿਪਟੀ ਮੁੱਖ ਮੰਤਰੀ ਦੇ ਤੌਰ ਤੇ ਹਜੇ ਕਾਬਲ ਨੇ, ਸਿਆਣੇ ਨੇ, ਅਫਸਰ ਰਹੇ ਨੇ, ਉਹਨਾਂ ਨੂੰ ਪ੍ਰਸ਼ਾਸਕੀ ਕੰਟਰੋਲ ਉਹਨਾਂ ਨੂੰ ਆਉਂਦਾ, ਪਰ ਕਿਉਂਕਿ ਪਹਿਲੀ ਵਾਰੀ ਬਣੇ ਨੇ, ਤਜਰਬਾ ਘੱਟ ਹੈ, ਇਹ ਇੱਕ ਕਾਰਨ ਹੋ ਸਕਦਾ ਜਿਹਦੇ ਕਰਕੇ ਮੈਂ ਰਾਜਕੁਮਾਰ ਵੇਰਕਾ ਨੂੰ ਅੱਗੇ ਦੇਖਦਾ। ਜੀ ਬਿਲਕੁਲ। ਤੇ ਕਿਤੇ ਨਾ ਕਿਤੇ ਆਪਣੇ ਜਿਹੜੇ MLAs ਨੇ ਉਹਨਾਂ ਨੂੰ ਖੁਸ਼ ਕਰਨ ਲਈ ਕੈਪਟਨ ਅਮਰਿੰਦਰ ਸਿੰਘ ਆਪਣੀ ਜਿਹੜੀ ਰਣਨੀਤੀ ਉਹਦੇ 'ਚ ਬਦਲਾਅ ਦੇ ਤਹਿਤ ਇਹ ਫੇਰ ਬਦਲ ਕਰ ਸਕਦੇ ਨੇ। ਡੱਲਾ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ ਇਸ ਸਾਰੀ ਡਿਸਕਸ਼ਨ। ਬਹੁਤ ਬਹੁਤ ਧੰਨਵਾਦ
ਸੁਖਵੀਰ ਜੀ ਬਹੁਤ ਬਹੁਤ ਧੰਨਵਾਦ।